ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਦੀ ਆਰੰਭਤਾ ਕਰਾਂਗੇ। ਗੌੜੀ ਸੁਖਮਨੀ ਮਹੱਲਾ ਪੰਜਵਾ। ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਹੈ ਅਤੇ ਇਸ ਬਾਣੀ ਦਾ ਨਾਮ ਹੈ ਸੁਖਮਨੀ, ਅਤੇ ਸਤਿਕਾਰ ਵਜੋਂ ਅਸੀਂ ਸੁਖਮਨੀ ਸਾਹਿਬ ਆਖਦੇ ਹਾਂ। ਇਸ ਵਿੱਚ ਜਿਵੇਂ ਤੁਸੀਂ ਸਿਰਲੇਖ ਦੇਖ ਸਕਦੇ ਹੋ ਕਿ ਜਿਹੜਾ ਮੰਮਾ ਅੱਖਰ ਹੈ ਉਹਦੇ ਉੱਪਰ ਅਤੇ ਹੇਠਾਂ ਦੋ ਬਿੰਦੀਆਂ ਦਾ ਇਸਤੇਮਾਲ ਕੀਤਾ ਹੋਇਆ ਹੈ। ਇਸੇ ਤਰ੍ਹਾਂ ਦੇ ਨਾਲ ਵਾਰਾਂ ਦੇ ਵਿੱਚ ਵੀ ਅਤੇ ਹੋਰ ਵੀ ਬਾਣੀਆਂ ਦੇ ਵਿੱਚ ਇਸ ਸੰਕੇਤ ਦਾ ਇਸਤੇਮਾਲ ਕੀਤਾ ਹੋਇਆ। ਇਹ ਇੱਕ ਇਸ਼ਾਰਾ ਹੈ ਕਿ ਇਹਦਾ ਜਿਹੜਾ ਪੂਰਨ ਉਚਾਰਨ ਹੈ ਉਹ ਮਹੱਲਾ ਹੀ ਹੈ। ਅਤੇ ਹਾਲਾਂਕਿ ਜਿਹੜੀ ਗਾਥਾ ਬਾਣੀ ਹੈ ਇਹਦੇ ਵਿੱਚ ਅਖੀਰ ਤੇ ਉੱਪਰ ਹੇਠਾਂ ਦੋ ਬਿੰਦੀਆਂ ਵਾਲੇ ਚਿੰਨ੍ਹ ਵਾਲੇ ਸ਼ਬਦ ਆਉਂਦੇ ਨੇ ਅਤੇ ਉੱਥੇ ਉਹ ਵਿਸਰਗ ਉਹਨਾਂ ਨੂੰ ਆਖਿਆ ਜਾਂਦਾ। ਜਿਵੇਂ ਹਿੰਦੂ ਮੱਤ ਦੇ ਅੰਦਰ ਦੇਵਤਿਆਂ ਦੀ ਉਸਤਤੀ ਦੇ ਵਿੱਚ ਉਹ ਗਾਇਨ ਕਰਦੇ ਨੇ, ਓੰ ਗਣੇਸ਼ਾਏ ਨਮః, ਓੰ ਸ਼ਿਵਾਏ ਨਮঃ। ਉੱਥੇ ਨੰਨਾ ਮੰਮਾ ਅਤੇ ਉੱਪਰ ਅਤੇ ਹੇਠਾਂ ਦੋ ਬਿੰਦੀਆਂ ਦਾ ਇਸਤੇਮਾਲ ਕੀਤਾ ਹੁੰਦਾ, ਇਹਨੂੰ ਵਿਸਰਗ ਬੋਲਿਆ ਜਾਂਦਾ। ਅਤੇ ਉੱਥੇ ਜਿਹੜਾ ਉਚਾਰਨ ਹੈ ਉਹਨੇ ਹਾਹੇ ਦੀ ਧੁਨੀ, ਹਾਹੇ ਦੀ ਆਵਾਜ਼ ਦੇਣੀ ਹੈ। ਪਰ ਇੱਥੇ ਜਿਹੜਾ ਸ਼ਬਦ ਹੈ ਇਹ ਇਸ਼ਾਰਾ ਹੈ, ਇਹ ਸੰਕੇਤ ਹੈ ਮਹੱਲਾ। ਸੋ ਇਹਦਾ ਉਚਾਰਨ ਮਹੱਲਾ ਹੈ। ਅਤੇ ਇਸ ਤੋਂ ਅੱਗੇ ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮః, ਜੁਗਾਦ ਗੁਰੇ ਨਮঃ, ਸਤਿਗੁਰੇ ਨਮঃ, ਸ੍ਰੀ ਗੁਰਦੇਵ ਨਮঃ। ਹੁਣ ਇਹ ਜਿਹੜਾ ਸ਼ਬਦ ਆਦਿ ਗੁਰੇ, ਸੋ ਇਹ ਸੰਪਰਦਾਨ ਕਾਰਕ ਹੈ। ਇਸ ਕਰਕੇ ਇਹ ਸੰਪਰਦਾਨ ਵਿਭਕਤੀ ਕਾਰਕ ਹੋਣ ਕਰਕੇ ਇਹ ਜਿਹੜਾ ਇਹਨੂੰ ਵੱਖਰਾ ਨਹੀਂ ਕਰਨਾ। ਸੰਸਕ੍ਰਿਤ ਦੇ ਵਿੱਚ ਗੁਰਵੇ ਸ਼ਬਦ ਹੈ ਅਤੇ ਗੁਰਬਾਣੀ ਦੇ ਵਿੱਚ ਗੁਰ ਏ। ਸੋ ਇਸ ਕਰਕੇ ਇਹਨੂੰ ਜਿਹੜਾ ਇਹ ਸ਼ਬਦ ਨਾਲੋਂ ਹਟਾ ਕੇ ਨਹੀਂ ਪੜ੍ਹਨਾ, ਇਹਨੂੰ ਇਕੱਠਾ ਹੀ ਉਚਾਰਨ ਕਰਨਾ ਹੈ। ਆਦਿ ਗੁਰੇ ਨਮঃ, ਜੁਗਾਦਿ ਗੁਰੇ ਨਮঃ, ਸਤਿਗੁਰੇ ਨਮঃ, ਸ੍ਰੀ ਗੁਰਦੇਵ ਨਮঃ। ਅਸ਼ਟਪਦੀ ਇਹ 8 ਪਦਿਆਂ ਵਾਲੀ ਰਚਨਾ ਹੈ। ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹਿ ਮਿਟਾਵਉ, ਸਿਮਰਉ ਜਾਸ ਬਿਸਵੰਭਰ ਏਕੈ। ਇਹ ਜਿਹੜਾ ਸ਼ਬਦ ਹੈ ਬਿਸਵੰਭਰ, ਸੱਸੇ ਨੂੰ ਔਂਕੜ ਵੀ ਹੈ ਔਰ ਉੱਪਰ ਟਿੱਪੀ ਲੱਗੀ ਹੋਈ ਹੈ। ਇਹਨੂੰ ਕਈ ਬਿਸੰਭਰ ਜਾਂ ਬਿਸੰਭਰ ਉਚਾਰਨ ਕਰਦੇ ਨੇ, ਜਿਹੜਾ ਕਿ ਠੀਕ ਨਹੀਂ ਹੈ। ਸੋ ਇਹਦਾ ਉਚਾਰਨ ਭਰ ਕੇ ਕਰਨਾ, ਬਿਸਵੰਭਰ। ਸਿਮਰਉ ਜਾਸ ਬਿਸਵੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਇਹ ਜਿਹੜਾ ਅਗੇਤਰ ਲੱਗਾ ਹੋਇਆ ਅਤੇ ਗੰਤ ਦਾ ਅਰਥ ਹੈ ਕਿ ਜਿਹੜੇ ਗਿਣਤੀ ਦੇ ਵਿੱਚ ਆਉਂਦੇ ਨੇ, ਅਤੇ ਜਿਹੜਾ ਅਗੇਤਰ ਲੱਗਣ ਕਰਕੇ ਅਗੰਤ ਭਾਵ ਅਣਗਿਣਤ। ਵੇਦ ਪੁਰਾਨ ਸਿਮ੍ਰਿਤ ਸੁਦਾਖਿਅਰ, ਸਿਮ੍ਰਿਤ ਸੁਦਾਖਿਅਰ, ਸੁਦਾਖਿਅਰ ਸ਼ੁੱਧ ਅੱਖਰ, ਇਹ ਪਵਿੱਤਰ ਲਫ਼ਜ਼। ਇਹ ਜਿਸ ਤਰ੍ਹਾਂ ਦੇ ਨਾਲ ਖੱਖੇ ਅੱਖਰ ਦੇ ਪੈਰ ਦੇ ਵਿੱਚ ਜਕਸ਼ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ। ਸੋ ਇਹਦੇ ਵਿੱਚੋਂ ਇੱਕ ਸਿਹਾਰੀ ਔਰ ਇੱਕ ਆਈੜਾ ਨਿਕਲਣਾ ਹੈ, ਅਤੇ ਸੱਸੇ ਔਂਕੜ, ਧੱਧੇ ਕੰਨਾ, ਖੱਖੇ ਨੂੰ ਸਿਹਾਰੀ, ਆਈੜਾ ਅਤੇ ਰਾਰਾ, ਸੁਦਾਖਿਅਰ ਇਹਦਾ ਉਚਾਰਨ ਹੋਏਗਾ। ਕੀਨੇ ਰਾਮ ਨਾਮ ਇੱਕ ਆਖਿਅਰ। ਸੋ ਇੱਥੇ ਵੀ ਆਈੜੇ ਕੰਨਾ, ਖੱਖੇ ਨੂੰ ਸਿਹਾਰੀ, ਆਈੜਾ ਰਾਰਾ, ਆਖਿਅਰ। ਕਿਨਕਾ ਏਕ ਜਿਸ ਜੀ ਵਸਾਵੈ, ਜੱਜੇ ਨੂੰ ਬਿਹਾਰੀ ਔਰ ਆਈੜਾ ਜੀ। ਤਾ ਕੀ ਮਹਿਮਾ ਗਨੀ ਨਾ ਆਵੈ, ਇਹਨੂੰ
ताकि ਇੱਥੇ ਤਾਂ ਸ਼ਬਦ ਦਾ ਉਚਾਰਨ ਨਹੀਂ ਕਰਨਾ, ਤੱਤੇ ਨੂੰ ਜਿਹੜਾ ਕੰਨਾ ਹੈ ਉਹਦੇ ਉੱਪਰ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ। ਤਾकि ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੋ ਇੱਥੇ ਨਾਨਕ ਉਨ ਸੰਗ ਮੋਹਿ ਉਧਾਰੋ ਕਿ ਇਹ ਮੈਨੂੰ ਨਾਨਕ ਨੂੰ ਜਿਹੜਾ ਹੈ ਉਹਨਾਂ ਦੀ ਸੰਗਤ ਦੇ ਨਾਲ ਮੈਨੂੰ ਬਚਾ ਲਓ, ਸੰਸਾਰ ਸਾਗਰ ਤੋਂ ਮੈਨੂੰ ਬਚਾ ਲਓ, ਮੇਰਾ ਪਾਰ ਉਤਾਰਾ ਕਰ ਦਿਓ। ਸੋ ਇਸ ਤਰ੍ਹਾਂ ਦੇ ਨਾਲ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਨਾਨਕ ਮੋਹ ਕਿ ਮੈਨੂੰ ਨਾਨਕ ਨੂੰ, ਅਤੇ ਉੱਥੇ ਫਿਰ ਉਹ ਨਾਨਕ ਸ਼ਬਦ 'ਤੇ ਵਿਸਰਾਮ ਨਹੀਂ ਦਿੰਦੇ। ਅਤੇ ਕੁਝ ਵਿਦਵਾਨ ਇੱਥੇ ਜਦੋਂ ਹੇ ਨਾਨਕ ਇਸ ਦੇ ਅਰਥ ਕਰਦੇ ਨੇ ਤਾਂ ਇੱਥੇ ਫਿਰ ਨਾਨਕ ਸ਼ਬਦ 'ਤੇ ਉਹ ਵਿਸਰਾਮ ਸਹਿਤ ਉਚਾਰਨ ਦਿੰਦੇ ਨੇ, ਉਚਾਰਨ ਵਿਸਰਾਮ ਇੱਥੇ ਨਾਨਕ ਸ਼ਬਦ 'ਤੇ ਦੇ ਕੇ ਪੜ੍ਹਦੇ ਨੇ। ਹਾਂਜੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਇਹ ਰਹਾਉ ਵਾਲੀਆਂ ਤੁਕਾਂ ਨੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਕਿ ਇਹ ਜਿਹੜੀ ਸੁਖਮਨੀ ਦੇ ਵਿੱਚ ਖੁਸ਼ੀ ਵਰਸਾਉਣ ਵਾਲਾ ਉਹ ਸੁਆਮੀ ਦਾ ਅੰਮ੍ਰਿਤ ਰੂਪੀ ਨਾਮ ਹੈ। ਅਤੇ ਭਗਤ ਜਨਾਂ ਕੈ ਮਨ ਵਿਸਰਾਮ ਰਹਾਉ, ਕਿ ਭਗਤ ਜਨਾਂ ਦੇ ਹਿਰਦੇ ਦੇ ਵਿੱਚ ਇਹਦਾ ਟਿਕਾਣਾ ਹੈ। ਅਤੇ ਇਹ ਇਸ ਸ਼ਬਦ ਸਮੁੱਚੀ ਜਿਹੜੀ ਬਾਣੀ ਹੈ ਸੁਖਮਨੀ ਸਾਹਿਬ ਦੀ, ਉਹਦਾ ਕੇਂਦਰੀ ਭਾਵ ਇਹ ਤੁਕਾਂ ਨੇ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਨੰਨਾ ਮੁਕਤੈ ਨ, ਗਰਭ ਨਾ ਬਸੈ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਸੋ ਇਹ ਜਿਹੜਾ ਸ਼ਬਦ ਹੈ ਨਸੈ ਨਹੀਂ ਇਹਨੂੰ ਪੜ੍ਹਨਾ, ਇਹਨੂੰ ਨਸੈ, ਨੰਨੇ 'ਤੇ ਅੱਧਕ ਲਾ ਕੇ ਇਹਦਾ ਉਚਾਰਨ ਕਰਨਾ ਕਿ ਪ੍ਰਮਾਤਮਾ ਦੇ ਸਿਮਰਨ ਦੇ ਦੁਆਰਾ ਫਿਰ ਦੁੱਖ ਅਤੇ ਜਿਹੜੇ ਜਮ ਨੇ ਉਹਨਾਂ ਦਾ ਡਰ ਦੂਰ ਹੋ ਜਾਂਦਾ, ਦੌੜ ਜਾਂਦਾ, ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰਿ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਹੋਏ ਸੋ ਸੱਸੇ ਔਂਕੜ ਸੋ, ਇਸ ਤਰ੍ਹਾਂ ਦੇ ਨਾਲ ਇਹਦਾ ਉਚਾਰਨ ਕਰਨਾ ਹੈ, ਹੋਏ ਸੋ ਭਲਾ। ਪ੍ਰਭ ਕੈ ਸਿਮਰਨ ਸੁਫਲ ਫਲਾ, ਸੁਫਲ ਨਹੀਂ ਇਹਦਾ ਉਚਾਰਨ ਕਰਨਾ, ਸੁਫਲ ਫਲ। ਜਦੋਂ ਉਚਾਰਨ ਇਹਦਾ ਕਰਨਾ ਹੈ ਅਤੇ ਸਫਲ ਸ਼ਬਦ ਹੁੰਦਾ ਹੈ ਕਿ ਫਲ ਸਹਿਤ, ਇਸੇ ਤਰ੍ਹਾਂ ਦੇ ਨਾਲ ਸੁਫਲ ਕਿ ਜਿਹੜਾ ਸ੍ਰੇਸ਼ਟ ਫਲ ਹੈ। ਅਤੇ ਇਸ ਕਰਕੇ ਜੇ ਪਰਮਾਤਮਾ ਦਾ ਸਿਮਰਨ ਕੀਤਾ ਜਾਏ ਤਾਂ ਫਿਰ ਜਿਹੜਾ ਇਨਸਾਨ ਹੈ ਉਹ ਸੋਹਣਾ ਫਲਦਾ ਹੈ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਸੋ ਇਹ ਪੋਲਾ ਉਚਾਰਨ ਇਹਦਾ ਕਰਨਾ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਸੋ ਇਹਨੂੰ ਅੱਧਕ ਸਹਿਤ ਪੜ੍ਹਨਾ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ। ਪ੍ਰਭ ਜੀ ਬਸਹਿ
साध की रसना, नानक जन का दासन दसना। प्रभ को सिमरह से तनवंते, प्रभ को सिमरह से पतिवंते। प्रभ को सिमरह से जन परवान, प्रभ को सिमरह से पुरख प्रधान। प्रभ को सिमरह से ਬੇਮੁਹਤਾਜੇ। ਸੱਸੇ ਨੂੰ ਇੱਥੇ ਸਿਹਾਰੀ ਦਾ ਇਸਤੇਮਾਲ ਕੀਤਾ ਹੋਇਆ ਅਤੇ ਜਿਹੜਾ ਲਾਂ ਦਾ ਅਤੇ ਸਿਹਾਰੀ ਦਾ ਉਚਾਰਨ ਹੈ ਇਹ ਧਿਆਨ ਦੇ ਨਾਲ ਕਰਨਾ ਹੈ। ਜਿੱਥੇ ਲਾਂ ਦਾ ਉਚਾਰਨ ਹੈ ਇਹਨੂੰ ਲਮਕਾ ਕੇ ਪੜ੍ਹਨਾ ਅਤੇ ਜਿੱਥੇ ਸਿਹਾਰੀ ਸਹਿਤ ਉਚਾਰਨ ਹੈ ਸੇ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਸੋ ਇਹ ਜਿਹੜਾ ਸ਼ਬਦ ਹੈ ਇਹ ਪੰਕਤੀਆਂ ਖਾਸ ਤੌਰ 'ਤੇ ਧਿਆਨ ਦੇਣ ਯੋਗ ਨੇ ਕਿ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਸੋ ਇੱਥੇ ਲਾਂ ਸਹਿਤ ਉਚਾਰਨ ਆਇਆ ਅਤੇ ਹੇਠਲੀ ਪੰਕਤੀ ਦੇ ਵਿੱਚ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਸੋ ਉਹ ਇੱਥੇ ਦੁਲਾਵਾਂ ਦੇ ਨਾਲ ਉਚਾਰਨ ਆਇਆ। ਇਹ ਧਿਆਨ ਰੱਖਣਾ ਹੈ ਕਿ ਅਸਲ ਦੇ ਵਿੱਚ ਇਹਦਾ ਕਾਰਨ ਹੈ ਕਿ ਸੁਹਾਵੇ, ਕਿ ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ, ਜਿਹੜਾ ਉਹਦਾ ਆਰਾਧਨ ਕਰਦੇ ਨੇ, ਉਹ ਮੂੰਹ ਸੋਹਣੇ ਲੱਗਦੇ ਨੇ। ਸੋ ਸੁਹਾਵੇ ਸ਼ਬਦ, ਸੋਹਣੇ ਸ਼ਬਦ, ਸੋਹਣੇ ਇਹਦਾ ਅਰਥ ਹੈ ਅਤੇ ਇਸ ਕਰਕੇ ਇਹ ਜਿਹੜਾ ਹੈ ਇਹ ਵਿਸ਼ੇਸ਼ਣ ਹੈ, ਬਹੁਵਚਨ ਵਿਸ਼ੇਸ਼ਣ ਹੈ ਅਤੇ ਇਸ ਕਰਕੇ ਬਹੁਵਚਨ ਹੋਣ ਕਰਕੇ ਔਰ ਇਹ ਵਿਸ਼ੇਸ਼ਣ ਹੋਣ ਕਰਕੇ ਇੱਥੇ ਸੁਹਾਵੇ ਲਾਂ ਸਹਿਤ ਆਇਆ ਹੈ। ਅਤੇ ਹੇਠਲੀ ਜਿਹੜੀ ਪੰਕਤੀ ਹੈ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ, ਅਤੇ ਇੱਥੇ ਜਿਹੜਾ ਦੁਲਾਵਾਂ ਸਹਿਤ ਬਿਹਾਵੈ ਸ਼ਬਦ ਆਇਆ ਕਿ ਇਹ ਅਸਲ ਦੇ ਵਿੱਚ ਇਹਦਾ ਅਰਥ ਹੈ ਕਿ ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ, ਜਿਹੜੇ ਉਹਦਾ ਆਰਾਧਨ ਕਰਦੇ ਨੇ, ਉਹਨਾਂ ਦਾ ਫਿਰ ਜਿਹੜਾ ਜੀਵਨ ਹੈ, ਉਹਨਾਂ ਦੀ ਫਿਰ ਜਿਹੜੀ ਉਮਰ ਹੈ ਉਹ ਸੁੱਖ ਦੇ ਵਿੱਚ ਗੁਜ਼ਰਦੀ ਹੈ। ਅਤੇ ਇਸ ਕਰਕੇ ਇਹ ਸੁੱਖ ਵਿੱਚ ਗੁਜ਼ਰਦੀ ਜਿਹੜੀ ਬਿਹਾਵੈ ਦਾ ਅਰਥ ਹੈ ਗੁਜ਼ਰਦੀ ਹੈ, ਬੀਤਦੀ ਹੈ, ਅਤੇ ਇਹ ਇਸਤਰੀ ਲਿੰਗ ਦੀ ਕਿਰਿਆ ਹੋਣ ਕਰਕੇ ਇਹ ਇੱਥੇ ਦੁਲਾਵਾਂ ਸਹਿਤ ਆਇਆ ਹੈ। ਸੋ ਇਸ ਕਰਕੇ ਇਹ ਉਚਾਰਨ ਸਮੇਂ ਧਿਆਨ ਰੱਖਣਾ ਹੈ ਸੁਹਾਵੇ ਅਤੇ ਬਿਹਾਵੈ ਸ਼ਬਦ ਦਾ। ਹਾਂਜੀ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ। ਅਨੰਦ ਐੜਾ ਨੰਨਾ ਦੱਦਾ ਅਨੰਦ, ਜਿਵੇਂ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਵੀ ਆਉਂਦਾ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਉੱਥੇ ਵੀ ਐੜਾ ਨੰਨਾ ਦੱਦਾ ਆਨੰਦ, ਅਤੇ ਹਾਲਾਂਕਿ ਇਹਦਾ ਅਰਥ ਆਨੰਦ ਦੇ ਸੰਬੰਧ ਵਿੱਚ ਹੀ ਹੈ, ਪਰ ਗੁਰੂ ਸਾਹਿਬ ਨੇ ਇੱਥੇ ਮਾਤਰਾ ਘਟਾਉਣ ਦਾ ਕਰਕੇ ਐੜਾ ਨੰਨਾ ਅਤੇ ਦੱਦਾ ਆਨੰਦ ਸ਼ਬਦ ਦੀ ਵਰਤੋਂ ਕੀਤੀ ਹੋਈ ਹੈ। ਇਸ ਕਰਕੇ ਆਪਣੇ ਕੋਲੋਂ ਇੱਥੇ ਟਿੱਪੀ ਲਾ ਕੇ ਉਚਾਰਨ ਕਰਨਾ ਠੀਕ ਨਹੀਂ ਹੈ। ਜੋ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੈ ਸੋ ਉਹਦਾ ਉਚਾਰਨ ਉਸੇ ਹੀ ਢੰਗ ਦੇ ਨਾਲ, ਉਸੇ ਹੀ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ। ਸੋ ਆਨੰਦ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ। ਹਾਂਜੀ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ ਕਿਰਪਾ। ਸੋ ਇਹਦਾ ਉਚਾਰਨ ਕਿਰਪਾ ਨਹੀਂ ਕਰਨਾ, ਇਹ ਕੱਕੇ ਦੇ ਪੈਰ ਦੇ ਵਿੱਚ ਰਾਰਾ ਲੱਗਾ ਹੋਇਆ ਹੈ, ਅਤੇ ਇਹ ਪੰਜਾਬੀ ਦੇ ਵਿਆਕਰਣ ਦੇ ਹਿਸਾਬ ਦੇ ਨਾਲ ਜਿਹੜੀ ਕੱਕੇ ਨੂੰ ਲੱਗੀ ਹੋਈ ਸਿਹਾਰੀ ਹੈ ਉਹ ਪੈਰ ਵਿਚਲੇ ਰਾਰੇ ਨੂੰ ਚਲੀ ਜਾਂਦੀ ਹੈ, ਅਤੇ ਕਿਰਪਾ ਇਸ ਤਰ੍ਹਾਂ ਦੇ ਨਾਲ ਇਹਦਾ ਉਚਾਰਨ ਹੈ ਕਿਰਪਾ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ। ਇਹਨੂੰ ਬਿਲਕੁਲ ਪੋਲਾ ਪੜ੍ਹਨਾ, ਬਾਨੀ, ਇਹਨੂੰ ਬਾਨੀ ਨਹੀਂ ਪੜ੍ਹਨਾ, ਇਹਨੂੰ ਪੋਲਾ ਰੱਖ ਕੇ ਪੜ੍ਹਨਾ ਕਿ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ
ਦਾ ਸਿਮਰਨ ਕਰਦਾ ਹੈ, ਉਹਦੇ ਭਜਨ ਦੇ ਰਾਹੀਂ ਫਿਰ ਜਿਹੜਾ ਬੰਦਾ ਹੈ ਉਸੇ ਪਰਮਾਤਮਾ ਦੇ ਜਸ ਨੂੰ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਨ ਦੀ ਆਦਤ ਬਣ ਜਾਂਦੀ ਹੈ। ਪ੍ਰਭ ਕੈ ਸਿਮਰਨ ਸਹਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਹੁਣ ਇਹਨੂੰ ਕਈ ਸੱਜਣ ਕਾਹਲੀ ਦੇ ਨਾਲ ਪੜ੍ਹਦਿਆਂ ਹੋਇਆਂ ਜਾਂ ਜਦੋਂ ਧਿਆਨ ਨਹੀਂ ਦਿੰਦੇ ਤੇ ਚੁਨਕਾਰ ਬੋਲਦੇ ਨੇ। ਘੱਗੇ ਦੇ ਨਾਲ ਬਹੁਤ ਸਾਰੇ ਸੱਜਣ ਐਸੇ ਨੇ ਜਿਹੜੇ ਚੁਨਕਾਰ ਬੋਲਦੇ ਨੇ, ਜਦੋਂ ਕਿ ਇੱਥੇ ਘੱਗੇ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਹੋਇਆ, ਘੱਗਾ ਅੱਖਰ ਦਾ। ਇਸ ਕਰਕੇ ਇਹਦਾ ਉਚਾਰਨ ਜਿਹੜਾ ਚੁਨਕਾਰ ਕੱਕੇ ਸਹਿਤ ਹੀ ਕਰਨਾ ਹੈ। ਕੱਕੇ ਨੂੰ ਕੰਨਾ ਔਰ ਰਾਰਾ ਲੱਗਾ ਹੋਇਆ ਚੁਨਕਾਰ, ਸੋ ਇਸ ਕਰਕੇ ਇਹਦਾ ਚੁਨਕਾਰ ਉਚਾਰਨ ਕਰਨਾ ਹੈ, ਧਿਆਨ ਦੇ ਨਾਲ ਪੜ੍ਹਨਾ। ਹਾਂਜੀ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਨੰਨਾ ਮੁਕਤਾ ਜਿਹੜਾ ਹੈ ਇਹਦਾ ਵੀ ਖਾਸ ਤੌਰ 'ਤੇ ਧਿਆਨ ਰੱਖਣਾ। ਕਈ ਵਾਰੀ ਕਈ ਸੱਜਣ ਪੜ੍ਹਦੇ ਹੋਏ ਨੰਨਾ ਅੱਖਰ ਜਿਹੜਾ ਮੁਕਤਾ ਰੂਪ ਵਿੱਚ ਆਉਂਦਾ ਹੈ ਉਹਦਾ ਉਚਾਰਨ ਵੀ ਲਮਕਾ ਕੇ ਨਾ ਕਰਦੇ ਨੇ, ਜਿਹੜਾ ਕਿ ਠੀਕ ਨਹੀਂ ਹੈ। ਨੰਨਾ ਮੁਕਤਾ ਉਚਾਰਨ ਜਿਹੜਾ ਨ। ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸਰਨੀ ਪਿਆ। ਇਹ ਖਾਸ ਤੌਰ 'ਤੇ ਮਇਆ ਪਿਆ ਇਹ ਇਸ ਤਰ੍ਹਾਂ ਦੇ ਨਾਲ ਮੰਮਾ ਈਵੜੀ ਨੂੰ ਸਿਹਾਰੀ ਆਈੜੇ ਕੰਨਾ, ਅਤੇ ਪੱਪਾ ਈਵੜੀ ਨੂੰ ਸਿਹਾਰੀ ਔਰ ਆਈੜੇ ਕੰਨਾ ਪਿਆ। ਅਤੇ ਇਹਨੂੰ ਕਈ ਸੱਜਣ ਮਿਆ ਪਿਆ ਇਸ ਤਰ੍ਹਾਂ ਦੇ ਨਾਲ ਮੰਮੇ ਅੱਖਰ ਨੂੰ ਸਿਹਾਰੀ ਔਰ ਆਈੜੇ ਨੂੰ ਕੰਨਾ, ਪੱਪੇ ਨੂੰ ਸਿਹਾਰੀ ਔਰ ਆਈੜੇ ਨੂੰ ਕੰਨਾ ਲਾ ਕੇ ਇਵੇਂ ਪੜ੍ਹੀ ਜਾਂਦੇ ਨੇ, ਜਿਹੜਾ ਕਿ ਠੀਕ ਨਹੀਂ ਹੈ। ਇੱਥੇ ਲੱਗੀ ਹੋਈ ਈਵੜੀ ਨੂੰ ਜਿਹੜੀ ਸਿਹਾਰੀ ਹੈ ਖਾਸ ਤੌਰ 'ਤੇ ਇਹਦਾ ਧਿਆਨ ਰੱਖ ਕੇ ਹੀ ਉਚਾਰਨ ਕਰਨਾ ਹੈ, ਮਇਆ ਪਿਆ ਇਸ ਤਰ੍ਹਾਂ ਦੇ ਨਾਲ। ਹਾਂਜੀ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੋ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸੋ ਗੁਰੂ ਪਿਆਰਿਓ, ਇਹ ਪਹਿਲੀ ਅਸ਼ਟਪਦੀ ਅਤੇ ਪਹਿਲਾ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਅਤੇ ਇਹ ਖਾਸ ਤੌਰ 'ਤੇ ਜਿਹੜੇ ਜ਼ਰੂਰੀ ਨੁਕਤੇ ਨੇ ਪੈਰ ਦੇ ਵਿੱਚ, ਜਿਸ ਤਰ੍ਹਾਂ ਯਕਸ਼ ਚਿੰਨ੍ਹ ਦੀ ਵਰਤੋਂ, ਅਤੇ ਇਹਦਾ ਉਚਾਰਨ ਜਿਹੜਾ ਹੈ ਇਹ ਧਿਆਨ ਦੇ ਨਾਲ ਕਰਨਾ ਹੈ ਕਿ ਜਦੋਂ ਵੀ ਪੈਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਯਕਸ਼ ਚਿੰਨ੍ਹ ਦੀ ਵਰਤੋਂ ਆਏ ਤਾਂ ਇਹਦੇ ਵਿੱਚੋਂ ਇੱਕ ਸਿਹਾਰੀ ਔਰ ਇੱਕ ਆਈੜਾ ਨਿਕਲਦਾ ਅਤੇ ਫਿਰ ਇਹਦਾ ਉਚਾਰਨ ਜਿਹੜਾ ਹੈ ਉਹ ਹੁੰਦਾ ਹੈ। ਸੋ ਇਸ ਕਰਕੇ ਜਿਵੇਂ ਸੁਦਾਖਰ, ਆਖਰ, ਇਹ ਸ਼ਬਦ ਖਾਸ ਤੌਰ ਦੇ ਉੱਤੇ ਧਿਆਨ ਦੇਣ ਯੋਗ ਨੇ। ਇਸੇ ਤਰ੍ਹਾਂ ਦੇ ਨਾਲ ਜਿਹੜਾ ਪੈਰ ਵਿੱਚ ਰਾਰਾ ਲੱਗਦਾ ਅਤੇ ਉਹ ਸਿਹਾਰੀ ਜਿਹੜੀ ਅੱਖਰ ਨੂੰ ਜਿਵੇਂ ਲੱਗੀ ਹੁੰਦੀ ਹੈ ਉਹ ਪੈਰ ਵਿਚਲੇ ਰਾਰੇ ਨੂੰ ਚਲੀ ਜਾਂਦੀ ਹੈ। ਜਿਵੇਂ ਕੱਕੇ ਨੂੰ ਸਿਹਾਰੀ ਅਤੇ ਪੈਰ ਵਿੱਚ ਜਿਹੜਾ ਰਾਰਾ ਪੱਪੇ ਕਰਨਾ ਹੈ ਇਹਦਾ ਉਚਾਰਨ ਕਿਰਪਾ ਇਸ ਤਰ੍ਹਾਂ ਦੇ ਨਾਲ ਕਰਨਾ ਹੈ। ਇਹ ਧਿਆਨ ਦੇਣ ਯੋਗ ਗੱਲਾਂ ਨੇ। ਇਸੇ ਤਰ੍ਹਾਂ ਦੇ ਨਾਲ ਕੁਝ ਅੱਖਰ ਜਿਹੜੇ ਨੇ ਅੱਧਕ ਸਹਿਤ ਉਹਨਾਂ ਦਾ ਉਚਾਰਨ ਹੁੰਦਾ ਅਤੇ ਇਹ ਵੀ ਧਿਆਨ ਦੇਣ ਯੋਗ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਕਿਧਰੇ ਵੀ ਗੁਰੂ ਸਾਹਿਬ ਨੇ ਅੱਧਕ ਦਾ ਇਸਤੇਮਾਲ ਨਹੀਂ ਕੀਤਾ ਹੋਇਆ, ਪਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਿਵੇਂ ਆਪਾਂ ਉਚਾਰਨ ਜਿਹੜਾ ਸਾਡਾ ਪੰਜਾਬੀ ਦਾ ਮੂਲ ਉਚਾਰਨ ਗੁਰਮੁਖੀ ਦਾ ਹੈ ਅਤੇ ਉਹ ਅੱਖਰ ਅਸੀਂ ਭਰ ਕੇ ਉਹਨਾਂ ਨੂੰ ਜਦੋਂ ਪੜ੍ਹਦੇ ਹਾਂ ਅਤੇ ਉਹਦੇ ਉੱਪਰ ਅੱਧਕ ਲੱਗਦੀ ਹੈ। ਸੋ ਇਸ ਕਰਕੇ ਤੁਸੀਂ ਜਿੱਥੇ ਵੀ ਕਿਤੇ ਅੱਧਕ ਦੀ ਵਰਤੋਂ ਯੋਗ ਹੈ ਸੋ ਉੱਥੇ ਅੱਧਕ ਦੀ ਵਰਤੋਂ ਸਹਿਤ ਹੀ ਉਸ ਅੱਖਰ ਦਾ ਉਚਾਰਨ ਹੋਏਗਾ। ਅਤੇ ਇਸ ਤਰ੍ਹਾਂ ਦੇ ਨਾਲ ਸਹਿਜ ਰੂਪ ਦੇ ਵਿੱਚ ਤੁਸੀਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਪ੍ਰਾਪਤ ਕਰ ਸਕਦੇ ਹੋ। ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ
ਤੇ ਤਾਂ ਕਿ ਆਪ ਜੀ ਨੂੰ ਇਹ ਪਾਵਨ ਜਿਹੜੀ ਬਾਣੀ ਦੀ ਸੰਥਿਆ ਦੀਆਂ ਸਾਰੀਆਂ ਹੀ ਵੀਡੀਓਜ਼ ਪ੍ਰਾਪਤ ਹੋ ਸਕਣ ਔਰ ਆਪ ਜੀ ਗੁਰੂ ਸਾਹਿਬ ਦੀ ਇਲਾਹੀ ਬਾਣੀ ਦਾ ਆਨੰਦ ਮਾਣ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।